ਉਸ ਤੋਂ ਅੱਗੇ ਅਗਰ ਆਪਾਂ ਹੁਣ ਗੱਲ ਕਰੀਏ ਰਿਲੇਸ਼ਨ ਦੀ T1 T2 'ਚ ਰਿਲੇਸ਼ਨ ਕੀ ਹੋਏਗਾ। ਬੇਸਿਕਲੀ ਇਹਦਾ ਮਤਲਬ ਕੀ ਹੈ ਕਿ ਮੈਂ ਇੱਕ ਪੁਆਇੰਟ ਲਿਆ, ਉਸ ਪੁਆਇੰਟ ਤੋਂ ਨੋਰਮਲ ਡਰੋ ਕੀਤਾ, ਉਹ ਨੋਰਮਲ ਉਸ ਪੈਰਾਬੋਲਾ 'ਤੇ ਦੁਬਾਰਾ ਕਿਸ ਪੁਆਇੰਟ 'ਤੇ ਮਿਲੇਗਾ, ਉਹਨਾਂ ਦੋਨਾਂ ਦੇ ਆਪਸ 'ਚ ਜਿਹੜੇ ਪੈਰਾਮੀਟਰ ਹੋਣਗੇ ਉਹਨਾਂ ਦਾ ਕੀ ਰਿਲੇਸ਼ਨ ਹੋਏਗਾ। ਯਾਨੀ ਕਿ ਇਹਦਾ ਕੁਐਸਚਨ ਕਿਵੇਂ ਆਏਗਾ, ਇੱਕ ਪੁਆਇੰਟ 'ਤੇ ਮੈਨੂੰ ਨੋਰਮਲ ਦਿੱਤਾ ਹੈ, ਠੀਕ ਹੈ, ਜਾਂ ਨੋਰਮਲ ਨਹੀਂ ਦਿੱਤਾ ਹੈਗਾ, ਮੈਨੂੰ ਪੈਰਾਬੋਲਾ ਦਿੱਤਾ ਹੈ ਅਤੇ ਪੁਆਇੰਟ ਦਿੱਤਾ ਹੈ ਜਿਹੜੇ ਪੁਆਇੰਟ 'ਤੇ ਨੋਰਮਲ ਮੈਂ ਡਰੋ ਕਰਨਾ ਹੈ, ਯਾਨੀ ਕਿ T1 2 ਹੋ ਸਕਦਾ, ਇਕੱਲਾ ਪੈਰਾਮੀਟਰ ਦਿੱਤਾ ਹੋਵੇ, ਠੀਕ ਹੈ। ਅਤੇ ਇਹ ਦੱਸਣਾ ਹੈ ਕਿ ਇਹ ਨੋਰਮਲ ਉਸ ਪੈਰਾਬੋਲਾ 'ਤੇ ਦੁਬਾਰਾ ਕਿਸ ਪੁਆਇੰਟ 'ਤੇ ਜਾ ਕੇ ਮੀਟ ਕਰੇਗਾ, ਯਾਨੀ ਕਿ ਆਪਾਂ ਨੂੰ ਦੂਸਰੇ ਦੇ ਕੋਆਰਡੀਨੇਟਸ ਕੱਢਣੇ ਹੋਣਗੇ। ਇੱਦਾਂ ਦਾ ਕੁਐਸਚਨ ਆ ਸਕਦਾ, ਜਾਂ ਹੋ ਸਕਦਾ ਦੂਜੇ ਦਾ ਇਕੱਲਾ ਪੈਰਾਮੀਟਰ ਹੀ ਫਾਈਂਡ ਕਰਨਾ ਹੋਵੇ, ਉਹੀ ਡਾਇਰੈਕਟ ਆਪਸ਼ਨ ਹੋਵੇ, ਉਹ ਆ ਸਕਦਾ। ਕੋਈ ਡੈਰੀਵੇਸ਼ਨ 'ਤੇ ਜਾਣ ਦੀ ਲੋੜ ਨਹੀਂ ਹੈ, ਡਾਇਰੈਕਟ ਇਹ ਰਿਜ਼ਲਟ ਯਾਦ ਰੱਖਣਾ, ਠੀਕ ਹੈ। ਰਿਜ਼ਲਟ ਕਿਵੇਂ ਯਾਦ ਰੱਖਣਾ ਹੈ, ਬੇਸਿਕਲੀ ਮੈਂ ਇੱਕ ਛੋਟੀ ਟ੍ਰਿਕ ਜੀ ਬਣਾਈ ਹੋਈ ਹੈ। ਵੈਸੇ ਇਹਦਾ ਰਿਐਲਿਟੀ ਨਾਲ ਕੋਈ ਮਤਲਬ ਨਹੀਂ ਬਣਦਾ, ਬਟ ਯਾਦ ਰੱਖਣ ਲਈ ਸਹੀ ਹੈ। ਦੇਖੋ T2 ਹੈ, ਜਿਹੜਾ 2 ਹੈ ਉਹ ਇਸ ਟਾਈਮ T ਦਾ ਸਬਸਕ੍ਰਿਪਟ ਹੈ, ਯਾਨੀ ਕਿ ਉਹਦੇ ਪੈਰ 'ਚ ਬੈਠਾ ਹੈ, ਅਤੇ ਉਹਦੇ ਪੈਰ 'ਚ ਬੈਠੇ ਹੋਣ ਕਰਕੇ ਉਹ ਮਤਲਬ ਇਹ ਫੀਲ ਕਰ ਰਿਹਾ ਹੈ ਕਿ ਮੈਨੂੰ ਦਬਾ ਕੇ ਰੱਖਿਆ ਹੋਇਆ। ਤਾਂ ਇੱਕ ਟਾਈਮ ਆਉਂਦਾ ਹੈ, T2 = ਇੱਕ ਟਾਈਮ ਆਉਂਦਾ ਹੈ ਜਦੋਂ 2 ਬੜਾ ਮਿਹਨਤੀ ਹੁੰਦਾ ਅਤੇ ਉੱਪਰ ਉੱਠਦਾ, ਉਹ ਉੱਪਰ ਉੱਠਦਾ ਅਤੇ ਉਹ ਕਹਿੰਦਾ ਕਿ ਜਿਹੜਾ ਪਹਿਲਾਂ ਮੇਰੇ ਕੋਲ T ਦੀ ਵੈਲਿਊ ਸੀ, ਯਾਨੀ T1, ਉਹਨੂੰ ਮੈਂ ਨੀਚੇ ਰੱਖਣਾ, ਠੀਕ ਹੈ। ਹੁਣ ਇਹਨੇ ਕੀ ਕੀਤਾ, ਪਹਿਲਾਂ ਇਹ ਪੈਰਾਂ 'ਚ ਸੀਗਾ, ਹੁਣ ਇਹ ਉੱਪਰ ਆ ਗਿਆ ਅਤੇ ਇਹਨੇ ਦੂਜੇ ਨੂੰ ਨੀਚੇ ਰੱਖਿਆ, ਓਪੋਜ਼ਿਟ ਕੰਡੀਸ਼ਨ ਕਰਤੀ ਤਾਂ ਮੈਂ ਨੈਗੇਟਿਵ ਲਗਾ ਦਾਂਗਾ, ਠੀਕ ਹੈ। ਬਟ ਇਹ ਕਹਿੰਦਾ ਇਹ ਤਾਂ ਕੰਮ ਬਰਾਬਰ ਹੋ ਗਿਆ, ਯਾਨੀ ਕਿ ਉਹਨੇ ਮੈਨੂੰ ਨੀਚੇ ਰੱਖਿਆ ਸੀ, ਮੈਂ ਵੀ ਉਹਨੂੰ ਨੀਚੇ ਰੱਖਤਾ, ਕੰਮ ਬਰਾਬਰ ਹੋ ਗਿਆ ਨਾ। ਮੈਂ ਥੋੜ੍ਹਾ ਵੱਧ ਕੇ ਕਰਾਂਗਾ, ਮੈਂ ਉਹਦੇ 'ਚੋਂ ਜਿਹੜਾ ਪਹਿਲਾਂ T1 ਹੈ ਉਹਦੀ ਵੈਲਿਊ ਵੀ ਮਾਈਨਸ ਕਰ ਦਾਂਗਾ, ਯਾਨੀ ਉਹਦੀ ਜਿਹੜੀ ਵੈਲਿਊ ਸੀ, ਉਹਦੀ ਜਿਹੜੀ ਇੱਜ਼ਤ ਸੀ, ਉਹਨੂੰ ਹੋਰ ਘੱਟ ਕਰ ਦਾਂਗਾ। ਬਸ ਇੱਦਾਂ ਦੇ ਛੋਟੇ ਮੋਟੇ ਕਨਸੈਪਟਸ ਬਣਾ ਕੇ ਆਪਾਂ ਯਾਦ ਰੱਖ ਸਕਦੇ ਹਾਂ। ਮੈਂ ਇਸ ਤਰ੍ਹਾਂ ਯਾਦ ਰੱਖਿਆ ਹੈ, T2 = 2 ਉੱਪਰ ਆਏਗਾ, T1 ਨੀਚੇ ਆਏਗਾ, ਓਪੋਜ਼ਿਟ ਕੰਮ ਹੋਇਆ ਤਾਂ ਮਾਈਨਸ ਲੱਗ ਗਿਆ, ਬਟ ਉਹਦੇ ਤੋਂ ਹੋਰ ਵੈਲਿਊ ਉਹਦੀ ਘਟਾਉਣੀ ਹੈ ਤਾਂ -T1 ਨੂੰ ਹੋਰ ਮਾਈਨਸ ਕਰ ਦਿਓ। ਇੱਦਾਂ ਯਾਦ ਰੱਖਣਾ, ਇੱਦਾਂ ਰੱਖ ਲਓ। ਅਗਰ ਤੁਸੀਂ ਇਸ ਤੋਂ ਵਧੀਆ ਕੋਈ ਟ੍ਰਿਕ ਬਣਾ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ, ਮੈਂ ਇਸ ਟ੍ਰਿਕ ਨਾਲ ਯਾਦ ਰੱਖਿਆ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਆਉਂਦਾ ਆਪਣੇ ਕੋਲ ਹਾਂ ਠੀਕ ਹੈ, ਉਸੇ ਦੀ ਥੋੜ੍ਹੀ ਜਿਹੀ ਆਪਾਂ ਨੂੰ ਨਾ 3 ਕੰਡੀਸ਼ਨਸ ਦਿੱਤੀਆਂ ਗਈਆਂ। ਬੇਸਿਕਲੀ ਇਹ 3 ਕੰਡੀਸ਼ਨ ਨਹੀਂ ਹੈ, ਸਿਰਫ ਇੱਕ ਕੰਡੀਸ਼ਨ ਹੈ। ਆਪਾਂ ਕੀ ਯਾਦ ਰੱਖਣਾ ਹੈ, ਸੌਰੀ, ਇਹ ਨੈਕਸਟ ਟੋਪਿਕ ਆ ਗਿਆ ਆਪਣੇ ਕੋਲ। ਇੱਕ ਨੋਰਮਲ ਡਰੋ ਕੀਤਾ ਆਪਾਂ P ਪੁਆਇੰਟ 'ਤੇ ਐਂਡ Q ਪੁਆਇੰਟ 'ਤੇ, ਅੱਛਾ ਠੀਕ ਹੈ। ਇਹ ਨੈਕਸਟ ਕਨਸੈਪਟ ਹੈ। ਇਹਦੇ 'ਚ ਕੀ ਹੈ, ਆਪਾਂ 2 ਨੋਰਮਲ ਡਰੋ ਕਰਨੇ ਆ, ਇੱਕ P ਪੁਆਇੰਟ ਤੋਂ ਨੋਰਮਲ ਡਰੋ ਕਰਨਾ ਹੈ, ਇੱਕ Q ਪੁਆਇੰਟ ਤੋਂ ਨੋਰਮਲ ਡਰੋ ਕਰਨਾ ਹੈ। ਇਸ ਤਰ੍ਹਾਂ ਪੁਆਇੰਟ ਚੂਜ਼ ਕਰਨੇ ਹੈ ਕਿ ਉਹ ਜਿਹੜੇ 2 ਨੋਰਮਲ ਬਣਨਗੇ ਉਹਨਾਂ ਦਾ ਇੰਟਰਸੈਕਸ਼ਨ ਵੀ ਪੈਰਾਬੋਲਾ 'ਤੇ ਹੀ ਲਾਈ ਕਰੇ। ਅਗਰ ਇੱਦਾਂ ਦੀ ਕੰਡੀਸ਼ਨ ਬਣਦੀ ਹੈ ਤਾਂ P ਅਤੇ Q ਦੇ ਜਿਹੜੇ ਪੈਰਾਮੀਟਰਸ ਹੋਣਗੇ ਉਹਨਾਂ 'ਚ ਰਿਲੇਸ਼ਨ ਕੀ ਹੋਏਗਾ, ਠੀਕ ਹੈ। ਮਤਲਬ ਇਹਦਾ ਕੁਐਸਚਨ ਕਿਸ ਤਰ੍ਹਾਂ ਆ ਸਕਦਾ ਹੈ ਕਿ 2 ਆਪਾਂ ਨੋਰਮਲ ਡਰੋ ਕੀਤੇ ਆ, ਉਹ ਦੁਬਾਰਾ ਕਰਵ 'ਤੇ ਮੀਟ ਕਰ ਰਹੇ ਹੈ। ਇੱਕ ਨੋਰਮਲ ਦਾ ਪੁਆਇੰਟ ਆਫ ਕੰਟੈਕਟ ਦਾ ਤੁਹਾਨੂੰ ਪੈਰਾਮੀਟਰ ਦੇ ਦਿੱਤਾ ਜਾਏਗਾ, ਦੂਸਰੇ ਦਾ ਪੈਰਾਮੀਟਰ ਤੁਸੀਂ ਫਾਈਂਡ ਆਊਟ ਕਰਨਾ ਹੋਏਗਾ। ਇੱਦਾਂ ਦਾ ਕੁਐਸਚਨ ਬਣ ਸਕਦਾ, ਜਾਂ ਇੱਕ ਦੇ ਕੋਆਰਡੀਨੇਟ ਦਿੱਤੇ ਹੋਣਗੇ, ਦੂਜੇ ਦੇ ਕੋਆਰਡੀਨੇਟ ਕੱਢਣੇ ਹੋ ਸਕਦੇ ਆ, ਇਹ ਕੁਐਸਚਨ ਬਣ ਸਕਦਾ। ਇਸ ਤੋਂ ਇਲਾਵਾ ਇਹਦੇ 'ਚ ਕੋਈ ਕੁਐਸਚਨ ਬਣਨ ਦੀ ਉਮੀਦ ਨਹੀਂ ਹੈ, ਠੀਕ ਹੈ। ਹੁਣ ਮੰਨ ਲਓ ਕਿ ਇਹਦਾ ਪੈਰਾਮੀਟਰ T1 ਹੈ, ਇਹਦਾ ਪੈਰਾਮੀਟਰ T2 ਹੈ। ਅਗਰ ਇਹਦਾ ਪੈਰਾਮੀਟਰ T1 ਹੈ ਤਾਂ ਇਹਦੇ ਕੋਆਰਡੀਨੇਟਸ ਕੀ ਹੋ ਜਾਣਗੇ, AT1² 2AT, ਅਤੇ ਇਹਦੇ ਕੋਆਰਡੀਨੇਟਸ ਕੀ ਹੋ ਜਾਣਗੇ, AT2² 2AT, ਠੀਕ ਹੈ। ਹੁਣ ਸੇਮ ਇਹਨਾਂ ਦੋਨੋਂ 'ਚ ਰਿਲੇਸ਼ਨ ਕੀ ਬਣੇਗਾ, T1 T2 = 2। ਬਸ ਜਦੋਂ ਆਪਣੇ ਕੋਲ ਇੱਕ ਹੀ ਨੋਰਮਲ ਹੈ, ਉਹ ਕਰਵ 'ਤੇ ਦੂਸਰੀ ਲਾਈਨ ਪੁਆਇੰਟ ਦੂਸਰੇ ਕਿਸੇ ਪੁਆਇੰਟ 'ਤੇ ਜਾ ਕੇ ਟੱਚ ਕਰਦਾ ਤਾਂ ਆਪਣੇ ਕੋਲ ਇਹ ਕੰਡੀਸ਼ਨ ਬਣਦੀ ਹੈ। ਬਟ ਜਦੋਂ 2 ਨੋਰਮਲ ਨੇ ਅਤੇ ਉਹਨਾਂ ਦੇ ਆਪਾਂ ਪੁਆਇੰਟ ਆਫ ਕੰਟੈਕਟ 'ਚ ਰਿਲੇਸ਼ਨ ਕੱਢਣਾ ਹੈ ਤਾਂ ਆਪਣੇ ਕੋਲ ਇਹ ਕੰਡੀਸ਼ਨ ਬਣਦੀ ਹੈ। ਇਹਨਾਂ ਨੂੰ ਆਪਸ 'ਚ ਮਿਕਸ ਨਹੀਂ ਕਰਨਾ, ਦੋਨੋਂ ਨੂੰ ਇਕੱਠੇ ਯਾਦ ਰੱਖਣਾ ਹੈ ਤਾਂ ਕਿ ਆਪਸ 'ਚ ਮਿਕਸ ਨਾ ਹੋਣ। ਇਹ ਸੈਕਿੰਡ ਥਰਡ ਜਿਹੜੀ ਆ ਦਿੱਤੀ ਹੋਈ ਕੰਡੀਸ਼ਨ, ਇਹ ਕੋਈ ਕੰਡੀਸ਼ਨ ਨਹੀਂ ਹੈ, ਇਹ ਸਿਰਫ ਅੱਗੋਂ ਡੈਰੀਵੇਸ਼ਨ ਕੀਤੀ ਹੋਈ ਹੈ। ਇਹਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ, ਬਸ ਸਮਝ ਲੈਣਾ ਕਿ ਕਿਵੇਂ ਕਰਨਾ ਹੈ। ਇਹ ਐਕਚੁਅਲੀ 2 ਹੀ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਆ, ਇੱਕ ਇਸ ਤਰ੍ਹਾਂ ਦਾ ਅਤੇ 2 ਇੱਕ ਇਸ ਤਰ੍ਹਾਂ ਦਾ। ਹੁਣ ਆਪਾਂ ਨੂੰ T1 T2 ਪਤਾ ਹੈ,
ਇਹਦੇ ਪੈਰਾਮੀਟਰ ਇੱਕ ਦੇ ਪਤਾ ਸੀਗੇ, ਇਹ ਤੋਂ ਆਪਾਂ T2 ਦੀ ਵੈਲਿਊ ਕੱਢ ਲਾਂਗੇ। T2 ਦੀ ਅਗਰ ਆਪਾਂ ਵੈਲਿਊ ਕੱਢਾਂਗੇ ਤਾਂ ਆਪਣੇ ਕੋਲ ਇਹ ਦੋ ਕੋਆਰਡੀਨੇਟਸ ਆ ਜਾਣਗੇ। ਉਹਨਾਂ ਕੋਆਰਡੀਨੇਟਸ ਦੀ ਵੈਲਿਊ ਹੀ ਇੱਥੇ ਲਿਖੀ ਹੋਈ ਹੈ। ਕਿਵੇਂ ਲਿਖੀ ਹੋਈ ਹੈ ਥੋੜ੍ਹਾ ਜਿਹਾ ਆਪਾਂ ਦੇਖ ਲੈਂਦੇ ਹਾਂ। ਦੇਖੋ T1 T2 = 2, ਠੀਕ ਹੈ। ਇਹਨਾਂ ਦੋਵਾਂ ਨੂੰ ਨਹੀਂ, ਚਲੋ ਤੁਸੀਂ ਇਹਨਾਂ ਦੀ ਵੈਲਿਊ ਕੱਢ ਲਓ x1 x2, ਯਾਨੀ ਕਿ ਜੋ ਇਹਦਾ ਅਬਸਿਸਾ ਹੋਏਗਾ ਇਹਦਾ ਅਬਸਿਸਾ ਹੋਏਗਾ, ਉਹਨਾਂ ਨੂੰ ਪ੍ਰੋਡਕਟ ਕਰੋ, ਕੀ ਬਣੇਗਾ a² T1² T2², ਠੀਕ ਹੈ। ਕਰ ਵੀ ਦਿੰਦੇ ਹਾਂ x1 x2 = a² T1² T2²। a² ਇੱਦਾਂ ਦਾ ਇੱਦਾਂ, T1 T2 ਕੀ ਹੈ 2 ਦਾ ਸਕੇਅਰ 4, ਤਾਂ x1 x2 ਆਪਣੇ ਕੋਈ ਬਣ ਗਿਆ 4a²। ਇੱਦਾਂ ਅਗਰ ਆਪਾਂ y1 y2 ਕਰਾਂਗੇ ਤਾਂ ਉਹ ਕੀ ਬਣ ਜਾਏਗਾ 4a² T1 T2 T1 T2 ਕੀ ਹੈ 2, ਤਾਂ ਇਹ ਬਣ ਗਿਆ 8a²। ਮਤਲਬ ਕਿ ਇਹ ਅੱਗੋਂ ਡੈਰੀਵੇਸ਼ਨ ਹੈ, ਇਹਨਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ, ਸਿਰਫ ਇੱਕ ਕੰਡੀਸ਼ਨ ਯਾਦ ਕਰਨੀ ਹੈ T1 T2 = 2। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਇਕੁਏਸ਼ਨ ਆਫ ਕੋਡ ਆਫ ਕੰਟੈਕਟ, ਆਪਾਂ ਕਰ ਚੁੱਕੇ ਹਾਂ ਆਲਰੇਡੀ। ਉਸ ਤੋਂ ਬਾਅਦ ਇਕੁਏਸ਼ਨ ਆਫ ਕੋਡ ਆਫ ਪੈਰਾਬੋਲਾ ਵਿਚ ਇਜ਼ ਬਾਈਸੈਕਟਡ ਐਟ ਦ ਗਿਵਨ ਪੁਆਇੰਟ। ਅੱਛਾ, ਇਹਨੂੰ ਕਹਿੰਦੇ ਆ ਇਕੁਏਸ਼ਨ ਆਫ ਕੋਡ ਇਨ ਮਿਡ ਪੁਆਇੰਟ ਫਾਰਮ, ਠੀਕ ਹੈ। ਕੀ ਕਹਿੰਦੇ ਇਹਨੂੰ ਇਕੁਏਸ਼ਨ ਆਫ, ਅਗਰ ਆਪਣੇ ਕੋਲ ਇਕੁਏਸ਼ਨ ਆਫ ਆਪਾਂ ਕੱਢਣੀ ਹੈ ਇਨ ਮਿਡ ਪੁਆਇੰਟ ਫਾਰਮ। ਮਿਡ ਪੁਆਇੰਟ ਮਤਲਬ ਆਪਣੇ ਕੋਲ ਜਿਹੜੀ ਕੋਡ ਹੈ ਉਹਦਾ ਮਿਡ ਪੁਆਇੰਟ ਪਤਾ ਆਪਾਂ ਨੂੰ ਕੀ ਹੈ, ਉਹਦੇ ਕੋਆਰਡੀਨੇਟਸ ਆਪਾਂ ਨੂੰ ਪਤਾ ਨੇ x1 y1 ਮੰਨ ਲਓ ਮਿਡ ਪੁਆਇੰਟਸ ਦਿੱਤੇ ਹੋਏ ਆ, ਤਾਂ ਇਹਦੀ ਸਿੱਧੀ ਜਿਹੀ ਇਕੁਏਸ਼ਨ ਹੁੰਦੀ ਹੈ T = S1। ਇਹ ਜਨਰਲ ਹੈ, ਇਹ ਵੀ ਸਾਰਿਆਂ ਲਈ ਸੇਮ ਹੈ, ਹਾਈਪਰਬੋਲਾ ਪੈਰਾਬੋਲਾ ਕੁਛ ਵੀ ਹੋਵੇ ਸਾਰਿਆਂ ਲਈ ਸੇਮ ਹੈ। T ਤੁਹਾਨੂੰ ਪਤਾ ਹੈ ਕੀ ਹੁੰਦਾ y1 - 2ax + x1। S1 ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ x1 y1 ਦੀ ਵੈਲਿਊ ਪੁੱਟ ਕਰ ਦੇਣੀ। ਬਟ ਇੱਥੇ ਜਦੋਂ T ਬਣੇਗਾ, T ਦੇ ਵਿੱਚ ਕੋਆਰਡੀਨੇਟ ਕਿਹੜੇ ਪੁੱਟ ਹੋਣਗੇ ਇਹਦੇ ਮਿਡ ਪੁਆਇੰਟਸ। ਅਗਰ ਇਹਦੇ ਮਿਡ ਪੁਆਇੰਟਸ ਪੁੱਟ ਹੋਏ ਤਾਂ ਇਹ ਕੀ ਬਣ ਜਾਏਗਾ ਕੋਡ ਆਫ ਕੰਟੈਕਟ ਇਨ ਮਿਡ ਪੁਆਇੰਟ ਫਾਰਮ, ਠੀਕ ਹੈ। ਦੈਨ ਉਸ ਤੋਂ ਬਾਅਦ ਆ ਜਾਂਦਾ ਨਾਰਮਲ ਕੋਡ। ਨਾਰਮਲ ਕੋਡ ਕੀ ਹੁੰਦੀ ਹੈ ਕਿ ਆਪਣੇ ਕੋਲ ਕੋਈ ਪੁਆਇੰਟ ਹੈ ਜਿੱਥੋਂ ਆਪਾਂ ਨਾਰਮਲ ਡਰਾ ਕੀਤਾ ਸੀਗਾ, ਹੁਣ ਮੈਂ ਉਸ ਨਾਰਮਲ ਨੂੰ ਐਕਸਟੈਂਡ ਕਰਕੇ ਪੈਰਾਬੋਲਾ ਦੇ ਕਿਸੇ ਦੂਸਰੇ ਪੁਆਇੰਟ ਤੱਕ ਐਕਸਟੈਂਡ ਕਰਦਾ ਜਿੱਥੋਂ ਦੁਬਾਰਾ ਇੰਟਰਸੈਕਟ ਕਰ ਜਾਏ, ਤਾਂ ਇਹ ਜੋ ਕੋਡ ਬਣੇਗੀ ਇਹਨੂੰ ਕੀ ਕਹਿ ਦਿੰਦੇ ਆ ਨਾਰਮਲ ਕੋਡ, ਠੀਕ ਹੈ। ਇਹਦੀ ਡੈਰੀਵੇਸ਼ਨ 'ਚ ਪੈਣ ਦੀ ਲੋੜ ਨਹੀਂ ਹੈ, ਇਹਦਾ ਆਪਾਂ ਸਿਰਫ ਔਰ ਸਿਰਫ ਰਿਜ਼ਲਟ ਯਾਦ ਰੱਖਣਾ ਹੈ। ਇਹਦੇ ਬੇਸ 'ਤੇ ਕੁਐਸਚਨ ਬਣ ਵੀ ਸਕਦਾ ਹੈ ਕਿਉਂਕਿ ਇਹ ਡਾਇਰੈਕਟ ਹੈ। ਕੁਐਸਚਨ ਕਿਸ ਤਰ੍ਹਾਂ ਬਣੇਗਾ ਉਹ ਦੇਖ ਲਓ ਕਿ ਮੰਨ ਲਓ ਕਿ ਕੋਈ ਲਾਈਨ ਦਿੱਤੀ ਹੋਈ ਹੈ lx + my + n = 0, ਜਨਰਲ ਫਾਰਮ ਲੈ ਰਿਹਾ। ਕੋਈ ਲਾਈਨ ਦਿੱਤੀ ਹੋਈ ਹੈ ਉਹ ਇਸ ਪੈਰਾਬੋਲਾ 'ਤੇ, ਕਿਹੜੇ ਪੈਰਾਬੋਲਾ 'ਤੇ y² = 4ax ਜਿਹੜਾ ਪੈਰਾਬੋਲਾ ਇਹਦੇ 'ਤੇ ਨਾਰਮਲ ਹੈ ਜਾਂ ਇਹਦੀ ਨਾਰਮਲ ਕੋਡ ਹੈ, ਇੱਕੋ ਹੀ ਗੱਲ ਹੈ। ਨਾਰਮਲ ਨੂੰ ਆਪਾਂ ਐਕਸਟੈਂਡ ਕੀਤਾ ਨਾਰਮਲ ਕੋਡ ਬਣ ਗਈ, ਠੀਕ ਹੈ। ਮਤਲਬ ਇਹਦਾ ਦੋ ਤਰੀਕੇ ਨਾਲ ਕੁਐਸਚਨ ਬਣ ਸਕਦਾ। ਉਹ ਡਾਇਰੈਕਟ ਪੁੱਛ ਸਕਦਾ ਹੈ ਇਸ ਇਕੁਏਸ਼ਨ ਦੇ ਇਸ ਪੈਰਾਬੋਲਾ 'ਤੇ ਨਾਰਮਲ ਹੋਣ ਲਈ ਕੀ ਕੰਡੀਸ਼ਨ ਹੈ, ਠੀਕ ਹੈ। ਜਾਂ ਕੰਡੀਸ਼ਨ ਨਹੀਂ ਪੁੱਛੇਗਾ, ਕੀ ਕਹੇਗਾ n ਦੀ ਵੈਲਿਊ ਨਹੀਂ ਦੇਗਾ, l ਦੀ ਜਗ੍ਹਾ ਕੋਈ n ਦੀ ਜਗ੍ਹਾ ਕੁਛ ਲੈਮਡਾ ਕੇ ਕੁਛ ਦੇ ਦੇਗਾ, ਅਤੇ ਕਹੇਗਾ ਇਹ ਲਾਈਨ ਇਸ ਪੈਰਾਬੋਲਾ ਦੇ ਉੱਪਰ ਨਾਰਮਲ ਹੈ ਅਤੇ ਦੱਸੋ n ਦੀ ਵੈਲਿਊ ਜਾਂ n ਦੀ ਜਗ੍ਹਾ ਜਿਹੜਾ ਕੌਂਸਟੈਂਟ ਦਿੱਤਾ ਲੈਮਡਾ ਕੇ ਉਹਦੀ ਵੈਲਿਊ ਕੀ ਹੈ, ਇੱਦਾਂ ਪੁੱਛ ਲਏਗਾ। ਤਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਸਿਰਫ ਕੰਡੀਸ਼ਨ, ਠੀਕ ਹੈ। ਜਿਵੇਂ ਆਪਾਂ ਪਿੱਛੇ ਕੀਤਾ ਸੀਗਾ ਟੈਂਜੈਂਟ ਦੀ ਕੰਡੀਸ਼ਨ ਕੀ ਸੀ c = a/m, ਉੱਦਾਂ ਇਹਦੀ ਵੀ ਕੰਡੀਸ਼ਨ ਹੈ। ਇਹਦੀ ਕੰਡੀਸ਼ਨ ਕੀ ਹੈ al³ + 2alm² + nm²। ਇੱਕ ਚੀਜ਼ ਯਾਦ ਰੱਖਣਾ, ਮੈਂ ਯਾਦ ਰੱਖੀ ਕਿ m ਹਮੇਸ਼ਾ ਸਕੇਅਰ 'ਚ ਆਏਗਾ, m ਇਕੱਲਾ ਨਹੀਂ ਆਏਗਾ। ਐਕਚੁਅਲੀ ਮੈਂ ਇੱਦਾਂ ਕਰਦਾ ਕਿ ਮੈਂ ਆਪਦੇ ਆਪ ਨੂੰ ਥੋੜ੍ਹੀ ਡੋਮੀਨੈਂਸ ਦੇ ਰਿਹਾ ਫਿਲਹਾਲ, ਆਪਦੇ ਨਾਮ ਦੇ ਅਕੋਰਡਿੰਗਲੀ ਜੋੜ ਰਿਹਾ ਕਿ ਮੇਰਾ ਨਾਮ ਹਮੇਸ਼ਾ 2 ਵਾਰੀ ਹੋਏਗਾ, 1 ਵਾਰੀ ਨਹੀਂ ਹੋਏਗਾ। ਤਾਂ ਮੈਂ ਕਹਿ ਦਿੰਦਾ ਕਿ m ਹਮੇਸ਼ਾ ਸਕੇਅਰ 'ਚ ਆਏਗਾ। ਦੇਖੋ ਇਹਦੇ 'ਚ ਆਪਾਂ ਯਾਦ ਰੱਖਣ ਲਈ ਰੱਖ ਸਕਦੇ ਹਾਂ, ਵੈਸੇ ਕੋਈ ਲੌਜਿਕ ਨਹੀਂ ਹੈ, ਯਾਦ ਰੱਖ ਸਕਦੇ ਹਾਂ ਕਿ ਇਹਦੀ ਆਪਾਂ ਡਿਗਰੀ 3 ਬਣਾਉਣੀ ਹਮੇਸ਼ਾ। ਡਿਗਰੀ ਇਨ ਦੀ ਫਾਰਮ ਆਫ l, m ਐਂਡ n, ਇਹ ਨੂੰ ਕਾਊਂਟ ਨਹੀਂ ਕਰਨਾ, ਇਹ ਨੂੰ ਮੈਂ ਸਮਝਣ ਦੇ ਲਈ ਕੌਂਸਟੈਂਟ ਲੈ ਕੇ ਚੱਲ ਰਿਹਾ, ਠੀਕ ਹੈ। ਵੈਸੇ ਲੌਜਿਕ ਨਹੀਂ ਹੈਗਾ ਇੱਦਾਂ ਦਾ ਕੁਛ, ਸਮਝਣ ਲਈ ਸਭ ਤੋਂ ਪਹਿਲਾਂ ਕੀ ਕਰਨਾ ਹੈ, ਪੈਰਾਬੋਲਾ ਦਾ a, ਇਹਦਾ l, ਫਸਟ ਟਰਮ ਲੈ ਲਈ, ਫਸਟ ਟਰਮ ਇਕੱਲੀ ਹੈ ਤਾਂ l³ ਕਰ ਦੇਣਾ, ਠੀਕ ਹੈ। ਹੁਣ ਆਪਾਂ ਸੈਕਿੰਡ ਚੀਜ਼ ਇੰਟਰੋਡਿਊਸ ਕਰਨੀ ਹੈ ਨਾਲ m ਹਮੇਸ਼ਾ ਸਕੇਅਰ 'ਚ ਆਉਂਦਾ, m ਸਕੇਅਰ 'ਚ ਆਏਗਾ, ਨਾਲ ਇੱਕ l ਲੱਗਾ ਹੋਇਆ, ਤਾਂ ਟੋਟਲ ਇਹਦੇ ਨਾਲ ਇੱਕ ਹੀ l ਲਾਵਾਂਗੇ ਕਿਉਂਕਿ ਟੋਟਲ ਓਵਰਆਲ ਪਾਵਰ ਇਹਦੀ 3 ਹੋ ਚੁੱਕੀ ਹੈ।
ਨਾਲ ए ਤਾਂ ਪਹਿਲਾਂ ਹੀ ਸੀਗਾ, ਇਹ ਸੈਕਿੰਡ ਟਰਮ ਹੈ ਤਾਂ ਮੈਂ ਇਹਦੇ ਨਾਲ 2 ਮਲਟੀਪਲਾਈ ਕਰਤਾ। ਦੈਨ थर्ड टर्म लैके आनी है एन इतने देखो कल्ला ही है तो इतने भी एन कल्ला ही आएगा, नाल कुछ नहीं आएगा, नाल एम स्केयर आ जाएगा, टोटल ओवरऑल पावर 3 ही रहेगी। तो इस तरीके नाल मैं इनू याद करदा। तुहाडे कोल होर भी ट्रिक है, यूज़ कर लो, अदरवाइज़ इस ट्रिक नाल याद कर सकते हो। की है ए पैराबोला का ए ले लेना, इनका एल कल्ला ही है, एल क्यूब क्योंकि पावर आप 3 रखनी है, 3 टर्म्स है, पावर 3 रखनी है, इदा सोच लो। दैन ए हैगा ही सीगा, हुण सैकेंड टर्म इंट्रोड्यूस करनी नाल एम हमेशा स्केयर च आंदा है, एम स्केयर च आएगा तो एल की पावर 1 ही रह जाएगी, टोटल ओवरऑल 3 बनाने लई। ए पहले ही हैगा सी, सैकेंड टर्म है तो मैं नाल 2 मल्टीप्लाई करता। दैन थर्ड टर्म इंट्रोड्यूस करना, थर्ड टर्म है एन हमेशा कल्ला ही है, ठीक है, इहदे नाल कोई अगे है नहीं कॉन्स्टेंट वगैरह, तो इत्थे भी इहदे नाल कुछ नहीं लगाना, एन कल्ला ही रहेगा, एम तो एम स्केयर ही रहेगा, एम स्केयर नूं कोई नहीं तोड़ सकता। ओवरऑल 3 बन गई, तो ये कंडीशन ऑफ नॉर्मल होगी, ठीक है। इदा ही अगर सर ने शायद नहीं करवाया, अगर पेपर च कह दे कि यही लाइन है, ये इहदे ते नॉर्मल होने की बजाय टेंजेंट है इस पैराबोला के, तां की कंडीशन होएगी। या कह दे एन की जगह लैमडा देता, ये लाइन इस पैराबोला ते टेंजेंट है, लैमडा की वैल्यू कड्डो, ठीक है। या तो एक मैथड तो वही है कि ये लाइन चों वैल्यू कड्डो, उन पैराबोला जो पुट करो, प्रॉपर सॉल्व कर लो, दूसरा कंडीशन ही है। कंडीशन अगर पैराबोला ते टेंजेंट की गल करिए तो वह की होंदी है, ए एम स्केयर इज इक्वल टू एन एल, ठीक है। एम तुहानूं पता स्केयर च ही आंदा, इहदे च छोटी कंडीशन होंदी है, ए आएगा, एम स्केयर आएगा, इक्वल टू जो इहदे चीज़ां दो बचियां एन एल स्केयर, ठीक है। इदां याद रख सकते हो, एन एल अलग हो जाएगा, एम अलग हो जाएगा, एम दे नाल की मल्टीप्लाई हो जाएगा ए। हुण दोनों पासे मैं तुहानूं दस्सिया सी, ए नूं मैं डिग्री च नहीं चूज़ करता, एम ते एन ते एल की गल करांगे, इधर डिग्री 2 होगी, एम हमेशा स्केयर च आएगा तो डिग्री दोनों पासे बराबर होगी। इस तरीके नाल तुसीं याद कर सकते हो कि एम तो हमेशा स्केयर च ही आना है, तो इहदे नाल हुण ना एल ला सकते हैं, तो ना ही एम ला, ना ही एन ला सकते हैं, इहदे नाल की लग सकता कल्ला ए, दूजे पासे एन एल, इदां तुसीं याद रख सकते हो। दैन आ गया डायमीटर ऑफ पैराबोला, ये थ्रैटिकल ही है, बस समझ लो इसमें की होंदा है कि जिन्नियां भी कोई एक कोड ले लो, उनके पैरल जिन्नियां मर्जी कोड्स बनाई जाओ, उन्हों का जिहड़ा मिड पॉइंट होएगा वो की होंदा है डायमीटर ऑफ पैराबोला। एक्चुअली ये जनरल है, ये पैराबोला च भी इदां होंदा है, एलिप्स च भी इदां होंदा, सर्कल च भी इदां होंदा है, हाइपरबोला च भी, सारा च इदां होंदा है कि कोई कोड लो, उनके पैरल कोड बनाओ तो उन्होंने मिड पॉइंट लो, वो डायमीटर बनेगा। सर्कल के केस भी इदा ही होएगा, ठीक है। दैन 2-3 इहदियां प्रॉपर्टीज़ हैगियां, पहली प्रॉपर्टी की है कि जोड़ा भी अपना डायमीटर बनेगा वो हमेशा पैरेलल टू एक्सिस होएगा, एक्सिस से हमेशा पैरेलल होएगा। दूजी गल, अगर ये जिहड़ियां कोड्स मैं लै रहा, ये परपेंडिकुलर कोड्स लैने शुरू करदा ऐ सीधियां, तो उन्हों का मिड पॉइंट आपां नूं पता है ओबवियसली कि एक्सिस के उपर ही आएगा, तो जिहड़ा एक्सिस है वो खुद डायमीटर बन जाएगा, ठीक है। तो तीजी चीज़ तुहानूं पता है पैराबोला ओपन है, जितों तक मर्जी लै जाओ, तो इहदा डायमीटर भी इनफाइनाइट तक जाएगा। दैन आ गया फोकल कोड एंड फोकल रेडियस, ठीक है। फोकल कोड बारे आप पढ़ चुके हैं, फोकल रेडियस के बारे भी आप पढ़ चुके हैं। फोकल कोड जी फोकस चो पास करेगी, फोकल का रेडियस A-X A+X इदा आप किए सीगे, A-Y A+Y, ठीक है। तो इनके बेस पर थोड़ी जी प्रॉपर्टीज़ ने जिहड़ियां आपां नूं याद रखनियां चाहीदियां ने। पहली प्रॉपर्टी मैं की कहांगा, पहली प्रॉपर्टी मैं इनू मनांगा कि मेरे को अगर फोकल कोड है, उनके एंड पॉइंट्स के पैरामीटर ने, एक का T1 है, एक का T2 है, तो उन्होंने रिलेशन की होएगा T1 T2 इज इक्वल टू -1, ठीक है। देखो इदां दे अपने को 3 रिलेशन हो चुके हैं, तीनों को पैरेलल ही करो ताकि तीनों आपस में मिक्स ना हो। पिछले की सीगे, एक तो आ सीगा जिंदे च अपने को एक ही नॉर्मल सीगा, और दूसरे पॉइंट पर जाके कर्व ते टच कर रहे सी, उनके T1 T2 का आ रिलेशन बनेगा। 2 नॉर्मल हो गए, किसी पॉइंट पर टच कर रहे, तो उन्होंने आपस च पॉइंट्स का T1 T2 का रिलेशन ए बनेगा, तो तीसरा ए आ गया,
तीसरा आ गया कि अगर अपने को फोकल कोड है तो फोकल कोड 'ਚ ਇਹਦੇ ਦੋਨੋਂ एंड पॉइंट्स ਤੇ T1 T2 ਦਾ आपस 'ਚ रिलेशन ये बनेगा। ये तीनों ਨੂੰ पैरेलली लैके चलना है, आपस 'ਚ मिक्स नहीं करना। ठीक है, हुण इहदे तो सर ने आ उपरला पॉइंट लिखाया, याद करना करो नहीं करना ना करो, कोई फर्क नहीं पैंदा। बेसिकली इहदी डेरीवेशन है। डेरीवेशन कितना है देखो, T1 T2 इज इक्वल टू -1 आप याद रख चुके हैं। एक दे कोऑर्डिनेट्स आप मान ले AT1 AT स्केयर इंटू 2AT1। ठीक है, पैराबोला दिता होएगा तो A कढ़ लाँगे, T1 दिता होएगा इन्हों कढ़ के आप T1 AT1 स्केयर तो 2T1, यानी कि इस पॉइंट का आप कोऑर्डिनेट कैलकुलेट कर सकते हैं ईजिली। हुण हो सकता है क्वेश्चन इस तरह आ जाए, इनका पैरामीटर दिता हो एक पॉइंट का तो फोकल कोड के दूसरे पॉइंट का पैरामीटर फाइंड करना हो तो आप ईजिली कर सकते हैं T1 T2 इज इक्वल टू -1 तो। दूजा की दिता हो सकता है, ये कोऑर्डिनेट दिते हो सकते एक पॉइंट के दूसरे पॉइंट के कोऑर्डिनेट कढो। ठीक है, तो इस तो आप ए नाल कंपैरिजन करके T1 की वैल्यू कढ़ लाँगे ईजिली, T1 T2 के रिलेशन तो आप T2 कढ़ लाँगे, T2 तो ए नाल मल्टीप्लाई करके आप दूसरे पॉइंट के कोऑर्डिनेट कढ़ सकते। वही सर ने इत्थे ड्राइव करके दिखाता कि अगर एक पॉइंट ए है तो टी पहले दे आप लए AT स्केयर कोऑर्डिनेट तो उनका T उनका पैरामीटर हो जाएगा, तो दूसरे का पैरामीटर की होएगा -1/T इस रिलेशन के अकॉर्डिंगली, है ना। तो -1/T का स्केयर करांगे तो A/T स्केयर ही हो जाएगा। हुण इहदे 'च 2AT T की जगह -1/T पुट करांगे तो -2A/T हो जाएगा। मतलब इन्ना हर एक चीज़ में याद रखने की लोड़ नहीं है, बस मैथड तुहानूं पता होवे किदां सॉल्व करना है। एक कंडीशन याद रखो, मोस्ट बहुत इनफ है, वो इन्ना ज़्यादा बर्डन बनने की लोड़ नहीं है। उस तो बाद आ गया लेंथ ऑफ फोकल कोड। लेंथ ऑफ फोकल कोड याद रखनी है रखो, नहीं रखनी ना रखो, कोई फर्क नहीं पैंदा। तुहाडे कोल 2 पॉइंट्स है उन्होंने तो डिस्टेंस फॉर्मूला ला के तुम ईजिली फाइंड आउट कर सकते हो, बट अगर तुहानूं याद होंदी है तो याद कर लो, तुहाडी मर्जी है। मैं याद नहीं रखता ये चीज़ां। दैन आ एक थोड़ा जा कह सकते हैं इंपॉर्टेंट पॉइंट है, बनया किद्दां है मैं दस देना। देखो PS की गल करिए, अगर आप PS तो QS इत्थे आ जाइए, आ रहा P F नूं S लैके चल रहे हैं, PS तो QF कह लो या QS कह लो। इस पॉइंट के कोऑर्डिनेट की होंगे आप पीछे कर चुके हैं, सॉरी पॉइंट के कोऑर्डिनेट कह रहे हैं। PF की वैल्यू या PS की वैल्यू की होएगी, वो की होंगी है फोकल रेडियस। फोकल रेडियस की होंगे A+X। ठीक है, यानी कि जो इस पॉइंट पे X होएगा इनका ऑर्डिनेट होएगा, सॉरी इनका एब्सिसा होएगा, उनके च अगर आप A+ कर दिए तो आपको इनकी लेंथ मिल जाएगी। उदा ही इत्थे आ जाओ, अगर इनके आप X की वैल्यू के ऐड कर दिए तो इनकी लेंथ आ जाएगी। वही इत्थे लिखिया आप देखो, PS इज इक्वल टू AT स्केयर प्लस A। AT स्केयर कितों आया, ईजीली पता तुहानूं, देखो पहले पॉइंट से कोऑर्डिनेट। ठीक है, इनका X कोऑर्डिनेट, दूसरे का X कोऑर्डिनेट प्लस A तो ये दोनों की वैल्यू आ गई। याद रखने की लोड़ नहीं है, समझा रहे हैं जस्ट। हुण की किया 1/PS 1/QS करके ऐड करता, जो ऐड करके कैलकुलेट किया तो इनकी वैल्यू आ गई 1/A। 2 ने मल्टीप्लाई करता, 2 ने डिवाइड करता। हुण जो आप हारमोनिक मोशन पढ़िया सी APGP HP, तो उहदे च ये कंडीशन सी हारमोनिक मोशन होने की कंडीशन की होंदी है कि फस्ट ते थर्ड टर्म में जो आप इनवर्स च ऐड करते हैं तो वो 2/सेकंड के इक्वल आ जाती है। ठीक है, तो इतों ये रिजल्ट बन जाता है कि ये अपना की है रेडियस, फोकल रेडियस, ये भी फोकल रेडियस। 2A की होंदा है सैमी लेटस रैक्टम। लेटस रैक्टम की लेंथ है तुहानूं याद होएगी 4A होंदी है, तो 2A की होएगी सैमी लेटस रैक्टम। यानी कि फोकल रेडियस तो सैमी लेटस रैक्टम ये तीनों आपस में हारमोनिकली ट्रीट करते हैं। यानी कि लेटस रैक्टम की अगर मैं वैल्यू कढ़ा सैमी लेटस रैक्टम की, तो वो दोनों फोकल रेडियस के हारमोनिक मीन के बराबर होएगी। बस एक चीज़ समझने की लोड़ है। इनका जो क्वेश्चन आएगा मैनू लगता थ्रैटिकली ही आएगा, इदा प्रैक्टिकली तो नहीं आता। प्रैक्टिकली अगर आना भी होया तो PS QS की वैल्यू गिवन होएगी, तो ही आप ईजिली कैलकुलेट करांगे, अदरवाइज ये थोड़ा लेंथी हो जाएगा। सैमी लेटस रेक्टम ऑफ पैराबोला इज हार्मोनिक मीन ऑफ फोकल रेडियस ऑफ एंड पॉइंट्स ऑफ फोकल कोड। ठीक है,
ਫੋਕਲ ਕੋਡ ਦੇ ਐਂਡ ਪੁਆਇੰਟਸ ਤੋਂ ਜਿਹੜਾ ਫੋਕਲ ਰੇਡੀਅਸ ਬਣੇਗਾ ਉਹ 2 ਫੋਕਲ ਰੇਡੀਅਸ ਪਲੱਸ 2a ਯਾਨੀ ਕਿ ਸੈਮੀ ਲੇਟਸ ਰੈਕਟਮ, ਇਹ ਤਿੰਨੋਂ ਆਪਸ 'ਚ ਹਾਰਮੋਨਿਕਲੀ ਟਰੀਟ ਕਰਨਗੇ, ਯਾਨੀ ਕਿ ਸੈਮੀ ਲੇਟਸ ਰੈਕਟਮ ਇਹਨਾਂ ਦੋਨਾਂ ਦਾ ਹਾਰਮੋਨਿਕ ਮੀਨ ਹੋਏਗਾ। ਬਸ ਇੰਨਾ ਯਾਦ ਰੱਖਣਾ ਆਪਾਂ। ਉਸ ਤੋਂ ਬਾਅਦ ਲੈਂਥ ਆਫ ਟੈਂਜੈਂਟ ਨਾਰਮਲ ਸਬਟਨ, ਇਹ ਐਕਚੁਅਲੀ ਪਤਾ ਕੀ ਹੈ, ਇਹ ਥੋੜ੍ਹਾ ਜਿਹਾ ਬਿਯੋਂਡ ਚਲਾ ਜਾਂਦਾ ਸਿਲੇਬਸ ਤੋਂ, ਮਤਲਬ ਇਹਨਾਂ ਦੀ ਵੈਲਿਊ ਯਾਦ ਰੱਖਣਾ ਜ਼ਰੂਰੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਇਹਨਾਂ 'ਤੇ ਕੋਈ ਕੁਐਸਚਨ ਆਏਗਾ, ਬਟ ਇਹ ਹੁੰਦੇ ਕੀ ਹੈ ਇਹ ਪਤਾ ਹੋਣਾ ਚਾਹੀਦਾ। ਅਤੇ ਇਹਨਾਂ ਦੀਆਂ 2 ਪ੍ਰੋਪਰਟੀਆਂ ਨੇ, ਉਹ ਪ੍ਰੋਪਰਟੀਆਂ 'ਤੇ ਕੁਐਸਚਨ ਆ ਸਕਦਾ, ਉਹ ਮੈਂ ਤੁਹਾਨੂੰ ਦੱਸ ਦਾਂਗਾ ਬਾਅਦ 'ਚ ਪ੍ਰੋਪਰਟੀਜ਼ ਕੀ ਨੇ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਇਹ ਹੁੰਦਾ ਕੀ ਹੈ। ਲੈਂਥ ਆਫ ਟੈਂਜੈਂਟ, ਲੈਂਥ ਆਫ ਨਾਰਮਲ, ਇੱਕ ਡਾਇਗਰਾਮ ਤੋਂ ਚੈੱਕ ਕਰਦੇ ਹਾਂ। ਆਹ ਪੈਰਾਬੋਲਾ, ਆਹ ਮੈਂ ਟੈਂਜੈਂਟ ਡਰੋ ਕੀਤਾ TP, ਇਹ ਜਿਹੜਾ ਡਿਸਟੈਂਸ ਹੋਏਗਾ ਇਹ ਕੀ ਹੈ, ਲੈਂਥ ਆਫ ਟੈਂਜੈਂਟ, PT कह लो या TP कह लो। इनकी जो प्रोजेक्शन बनेगी एक्स एक्सिस पे, प्रोजेक्शन की बनेगी TN, T तो लैके N तक, ये की बनेगी लेंथ ऑफ सब टेंजेंट, टेंजेंट की प्रोजेक्शन सब टेंजेंट। दैन नॉर्मल ड्रॉ किया मैं P to G, PG जोड़ा है वो की है नॉर्मल, तो PG इनकी की है लेंथ, लेंथ ऑफ नॉर्मल। दैन इनकी जी प्रोजेक्शन होएगी एक्स एक्सिस के उपर, प्रोजेक्शन आ बन जाएगी N to G, ये की हो जाएगी लेंथ ऑफ सब नॉर्मल। बस इन्नी चीज़ याद रखने वाली है। इस तो अलावा 2 प्रॉपर्टीज़ याद रखनी है इन्हों, वही मैं इतने लिख रखे, लेंथ ऑफ टेंजेंट PT, लेंथ ऑफ नॉर्मल PG, लेंथ ऑफ सब टेंजेंट TN, लेंथ ऑफ सब नॉर्मल NG। बाकी इन्हों की वैल्यूज़ है याद रखनी है, नहीं रखनी है कोई ज़रूरी नहीं है। अगर तुसी बहुत ही ज़्यादा शार्प माइंडेड हो तो याद रख सकते हो, अदरवाइज लोड़ नहीं है। ठीक है, तो प्रॉपर्टीज़ की गल करिए, शायद सर ने लिखवाइया नहीं लिखवाइया मैनू नहीं याद। प्रॉपर्टीज़ की है, सब टेंजेंट एट एनी पॉइंट ऑफ पैराबोला इज बाइसेक्टेड एट वर्टेक्स। इनके ते डायरैक्ट क्वेश्चन बन सकता है, डायरैक्ट, कोई डेरिवेशन नहीं। मतलब की है, मतलब समझा देना, आप टेंजेंट है T to N सब टेंजेंट है, यानी TN जो है वो O ते बाइसैक्ट होएगा, यानी TO इज इक्वल टू ON। बस ये प्रॉपर्टी आती भी किसी भी पॉइंट तो मैं टेंजेंट ड्रॉ करा, उनका सब टेंजेंट जो देखांगा तो उन्होंने हमेशा जो मेरा वर्टेक्स है वो बाइसैक्ट करेगा, TO इज इक्वल टू ON ही रहेगा हमेशा। सेकंड प्रॉपर्टी की है, सब नॉर्मल एट एनी पॉइंट ऑफ पैराबोला इज कॉन्स्टेंट एंड इक्वल टू द हाफ ऑफ लेटेस्ट रेक्टम। हाँ जी, जी सब नॉर्मल की वैल्यू आएगी NG, NG की जी लेंथ है ना, ये हमेशा किंदे इक्वल होएगी, सैमी लेटेस्ट रैक्टम के। सैमी लेटेस्ट रैक्टम की होंदा है, लेटेस्ट रैक्टम का हाफ यानी कि 2a, यानी NG की वैल्यू हमेशा 2a रहेगी। इनका डायरैक्ट क्वेश्चन भी पूछ सकते हैं, या मतलब पैराबोला दे देंगे और कह देंगे इनके सब नॉर्मल की लेंथ कितनी होएगी। पैराबोला तो आप ए की वैल्यू कढ़ लाँगे ईजिली, ए की वैल्यू कढ़ ली तो 2 ਨਾਲ मल्टीप्लाई करके सब नॉर्मल की वैल्यू आ जाएगी। नैक्सट देखते हैं, लास्ट पॉइंट है, आप पहले कर चुके हैं, ख़त्म ही हो गया देखा जाए तो। पोल एंड पोलर, आ पोल है, आ पोलर है, इन्हें मैं पहले समझा चुका, इहदे कुछ याद रखने की गल नहीं है, मतलब कोई एक्सट्रा चीज़ नहीं है जी मैं इतने दसा। हम 2 पॉइंट देखते हैं कि लिखा मैं इंपॉर्टेंट है या नहीं। नॉर्मल डेफिनेशन ही है कि अगर मैं 2 परपेंडिकुलर टेंजेंट्स तो लोकस ड्रॉ करदा तो डायरैक्ट रिश्ते होएगा। ठीक है, चैप्टर ख़त्म, इनू रिवाइज कर लेना। थैंक यू, बाय बाय।